Hello everyone, welcome you all in your own channel Learn Everything. So ਅਸੀਂ ਕਰ ਰਹੇ ਸੀ atomic and molecular physics ਜਿਹਦੇ ਵਿੱਚ next topic ਹੈ the fine structure of hydrogen spectrum. syllabus ਦੇ ਵਿੱਚ mention ਹੈ ਜੀ on examining the spectrum of the certain spectral line of hydrogen by a high resolution spectrometer, it is found that single line be resolved into closely spaced pair of line. It is called fine structure and this is due to spin orbit coupling. सब तो पहला ਤਾਂ जो fine structure of hydrogen atom है यानी ਇਹ ਹਾਈਡਰੋਜਨ ਲਈ ਹੈ ਹੋਇਆ ਕਿ ਜਦੋਂ ਹਾਈ ਰੈਜ਼ੋਲੂਸ਼ਨ ਸਪੈਕਟਰੋਮੀਟਰ ਦੇ ਨਾਲ ਜੋ ਸਪੈਕਟਰਲ ਲਾਈਨਸ ਜਿਹੜੀਆਂ ਹਾਈਡਰੋਜਨ ਦੀਆਂ ਸਪੈਕਟਰਲ ਲਾਈਨਸ ਆ ਉਹਨਾਂ ਨੂੰ ਐਗਜ਼ਾਮਾਈਨ ਕੀਤਾ ਗਿਆ ਤਾਂ ਕੀ ਦੇਖਿਆ ਗਿਆ ਕਿ ਜਿਹੜੀ ਸਿੰਗਲ ਲਾਈਨ ਆ ਨਾ ਇੱਕ ਸਿੰਗਲ ਲਾਈਨ ਐਕਚੁਅਲੀ ਉਹ ਕਲੋਜ਼ਲੀ ਸਪੇਸਡ ਪੇਅਰ ਆਫ ਲਾਈਨ ਆ ਠੀਕ ਹੈ ਦੋ ਲਾਈਨਾਂ ਦੇ ਵਿੱਚ ਰਿਜ਼ੋਲਵਡ ਇਨਟੂ ਕਲੋਜ਼ਲੀ ਸਪੇਸਡ ਬਿਲਕੁਲ ਕਲੋਜ਼ ਹੈ ਅਤੇ ਪਿਓਰ ਆਫ ਲਾਈਨ ਆ ਇਹਨੂੰ ਕਹਿੰਦੇ ਫਾਈਨ ਸਟਰਕਚਰ ਅਤੇ ਇਹ ਹੁੰਦਾ ਕਾਹਦੇ ਕਰਕੇ ਸਪਿਨ ਔਰਬਿਟ ਕਪਲਿੰਗ ਇਹ ਪੁੱਛਿਆ ਜਾ ਸਕਦਾ ਤੁਹਾਨੂੰ ਜ਼ਿਆਦਾ ਇੰਪੋਰਟੈਂਟ ਹੈ ਕਿ ਕਿਹਦੇ ਕਾਰਨ ਹੈ ਦਿਸ ਇਜ਼ ਡਿਊ ਟੂ ਸਪਿਨ ਔਰਬਿਟ ਕਪਲਿੰਗ ਦੱਸਿਆ ਸੀ ਨਾ ਮੈਂ ਦੱਸ ਚੁੱਕੀ ਹਾਂ ਸਪਿਨ ਔਰਬਿਟ ਕਪਲਿੰਗ ਸੋ ਨੋਮਨਕਲੇਚਰ ਆ ਸਕਦਾ ਪੇਪਰ 'ਚ ਅਲੱਗ-ਅਲੱਗ ਐਨਰਜੀ ਲੈਵਲ 'ਤੇ ਫਾਰਮੂਲਾ ਯਾਦ ਰੱਖਣਾ n raised to power 2s plus 1 n raised to power 2s plus 1 and l ਦੇ ਪੈਰਾਂ 'ਚ j ਸਮਝਾ ਦੇਵਾਂਗੀ ਸਾਰਾ ਪਹਿਲਾਂ ਫਾਰਮੂਲਾ ਮੇਨ ਨੋਟ ਕਰ ਲਓ n raised to power 2s plus 1 l ਦੇ ਪੈਰਾਂ 'ਚ ਕੀ ਆਏਗਾ j n ਕੀ ਆ ਪ੍ਰਿੰਸੀਪਲ ਕੁਆਂਟਮ ਨੰਬਰ s ਕੀ ਆ ਸਪਿਨ ਐਂਗੂਲਰ ਕੁਆਂਟਮ ਨੰਬਰ l ਜਿਹੜਾ ਤੁਹਾਡੇ ਕੋਲ ਔਰਬਿਟਲ ਐਂਗੂਲਰ ਮੋਮੈਂਟਮ ਕੁਆਂਟਮ ਨੰਬਰ ਜਾਂ ਫਿਰ ਤੁਹਾਨੂੰ ਪਤਾ ਐਜ਼ੋਮਿਥਲ ਕੁਆਂਟਮ ਨੰਬਰ ਆਪਾਂ ਇਹਨੂੰ ਲੈ ਸਕਦੇ ਜੇ ਹੈਗਾ ਟੋਟਲ ਐਂਗੂਲਰ ਮੋਮੈਂਟਮ ਐਲ ਦੀ ਵੈਲਿਊ ਐਸ ਲਈ ਐਸ ਐਨਰਜੀ ਲੈਵਲ ਲਈ 0 ਲਓਗੇ ਪੀ ਲਈ 1 ਲਓਗੇ ਤਾਂ ਐਸ ਪੀ ਡੀ ਐਫ ਜੀ ਹੁੰਦੇ ਨਾ 0 1 2 3 4 ਇਸ ਅਕੋਰਡਿੰਗ ਵੈਲਿਊ ਲਓਗੇ ਪਹਿਲਾਂ ਆਪਾਂ ਸਾਰੇ ਕਰਾਂਗੇ ਵਿਦਆਊਟ ਸਪਿਨ ਔਰਬਿਟ ਕਪਲਿੰਗ ਵਿਦਆਊਟ ਸਪਿਨ ਔਰਬਿਟ ਕਪਲਿੰਗ ਨਹੀਂ ਹੋ ਰਹੀ ਉਸ ਤੋਂ ਬਿਨਾਂ ਦੇਖੋ ਪਹਿਲਾਂ ਅਸੀਂ ਸਟੇਟ ਕੱਢਦੇ n ਇਕੁਅਲ ਟੂ 1 ਯਾਨੀ ਫਸਟ ਗਰਾਊਂਡ ਸਟੇਟ ਦੇ ਵਿੱਚ ਗਰਾਊਂਡ ਸਟੇਟ ਲਈ n ਦੀ ਵੈਲਿਊ ਕਿੰਨੀ ਹੈ 1 ਜਦੋਂ ਫਸਟ ਐਕਸਾਈਟਡ ਸਟੇਟ ਹੋਏਗੀ n ਦੀ ਵੈਲਿਊ 2 ਹੋ ਜਾਏਗੀ ਸੈਕੰਡ ਐਕਸਾਈਟਡ ਸਟੇਟ ਲਈ n ਦੀ ਵੈਲਿਊ 3 ਹੋ ਜਾਏਗੀ ਅਪ ਟੂ ਸੋਨ ਇੱਦਾਂ ਚੱਲੀ ਜਾਏਗਾ ਸੋ ਪਹਿਲਾਂ ਆਪਾਂ ਗਰਾਊਂਡ ਸਟੇਟ ਦੀ ਗੱਲ ਕਰਦੇ ਹਾਂ n ਇਕੁਅਲ ਟੂ 1 ਦੇਖੋ ਜਦੋਂ n ਲੈ ਲਿਆ ਨਾ l ਹਮੇਸ਼ਾ ਉਹ ਤੋਂ ਛੋਟਾ ਲੈਣਾ ਜੇ n 1 ਹੈ l ਉਹ ਤੋਂ ਛੋਟਾ ਕਿੰਨਾ ਆ ਗਿਆ 0 ਜੇ n 2 ਹੁੰਦਾ ਫਿਰ l ਕੀ ਹੋ ਸਕਦਾ ਸੀ l 1 ਵੀ ਹੋ ਸਕਦਾ ਸੀ l 0 ਵੀ ਹੋ ਸਕਦਾ ਸੀ ਜੇ n 3 ਹੋਵੇ ਤਾਂ l ਸਾਡੇ ਕੋਲ 1 2 0 ਤਿੰਨੇ ਹੋ ਸਕਦੇ ਸੀ ਸੋ ਇੰਨੀ ਕੰਡੀਸ਼ਨ ਯਾਦ ਰੱਖਣੀ ਜਿਹੜਾ ਐਜ਼ੋਮਿਥਲ ਕੁਆਂਟਮ ਨੰਬਰ l ਹੈ ਇਹ ਹਮੇਸ਼ਾ ਛੋਟਾ ਹੁੰਦਾ ਕਿਹਦੇ ਤੋਂ ਇਕੁਅਲ ਵੀ ਨਹੀਂ ਹੁੰਦਾ ਇਕੱਲਾ ਛੋਟਾ ਹੀ ਹੁੰਦਾ n ਤੋਂ ਹਮੇਸ਼ਾ ਇਹਨੇ n ਤੋਂ ਕੀ ਰਹਿਣਾ ਛੋਟਾ ਕਿਉਂਕਿ ਉਹ ਸਾਨੂੰ ਇਹ ਸਭ ਜਿਹੜੇ ਅੰਦਰ ਲੈਵਲ ਉਹਨਾਂ ਬਾਰੇ ਦੱਸਦਾ ਸੋ l ਦੀ ਵੈਲਿਊ ਨਿਕਲ ਗਈ n ਦੀ ਵੈਲਿਊ ਹੈਗੀ ਅਤੇ j ਕਿੱਦਾਂ ਕੱਢਦੇ j ਇਜ਼ ਆਲਵੇਜ਼ l ਪਲੱਸ s ਟੋਟਲ l ਪਲੱਸ s ਲੈਣਾ ਸੀ 1/2 ਠੀਕ ਹੈ ਸੋ l ਕਿੰਨਾ ਸਾਡੇ ਕੋਲ ਹੋਣੀ 0 ਪਲੱਸ 1/2 j ਦੀ ਵੈਲਿਊ ਕਿੰਨੀ ਆ ਗਈ 1/2 ਤਾਂ ਹੁਣ ਫਾਰਮੂਲਾ ਲਾ ਦਿਓ ਕੀ ਸੀਗਾ n ਰੇਜ਼ ਟੂ ਪਾਵਰ 2s ਪਲੱਸ 1 l ਦੇ ਪੈਰਾਂ 'ਚ j ਹੁਣ n ਸਾਡੇ ਕੋਲ ਕਿੰਨਾ 1 ਰੇਜ਼ ਟੂ ਪਾਵਰ 2s s ਕਿੰਨਾ ਸਾਡੇ ਕੋਲ 1/2 2 into 1/2 ਕਰਾਂਗੇ 1 ਹੀ ਆ ਜਾਏਗਾ 1 plus 1 2 ਸੋ 1 raised to power 2 ਨਾਲ ਕੀ l ਸਾਡੇ ਕੋਲ ਕੀ ਇੱਥੇ s 0 ਲਈ s ਦੇ ਪੈਰਾਂ j ਕਿੰਨਾ ਆਇਆ 1/2 ਸੋ 1 ਸਕੁਅਰ s ਦੇ ਪੈਰਾਂ 'ਚ 1/2 ਆ ਗਿਆ ਜੀ ਐਨਰਜੀ ਲੈਵਲ ਫॉर ਦਿਸ ਸਟੇਟ ਹੁਣ ਹੁੰਦਾ -13.6 ਅਪੋਨ n ਸਕੁਅਰ n ਕਿੰਨਾ ਹੈ 1 ਸਕੁਅਰ 1 ਹੀ ਆ ਜਾਏਗਾ ਸੋ -13.6 ਇਲੈਕਟ੍ਰੋਨ ਵੋਲਟ ਹੀ ਆ ਗਿਆ ਇਹ ਫਾਰਮੂਲਾ ਲਾਉਣਾ ਤੁਸੀਂ ਉਸ ਤੋਂ ਬਾਅਦ ਇੱਦਾਂ ਅਸੀਂ ਕੱਢਾਂਗੇ ਫਸਟ ਐਕਸਾਈਟਡ ਸਟੇਟ ਲਈ ਫਸਟ ਐਕਸਾਈਟਡ ਸਟੇਟ ਲਈ n2 ਅਤੇ l0 ਵੀ ਹੋ ਸਕਦਾ 1 ਪਹਿਲਾਂ l0 ਕੱਢ ਲਓ l1 0 ਦਾ ਮਤਲਬ s ਸਟੇਟ 1 ਦਾ ਮਤਲਬ ਮੈਂ ਦੱਸਿਆ ਸੀ ਨਾ l0 ਮਤਲਬ s l1 ਮਤਲਬ p l2 ਮਤਲਬ d l3 ਮਤਲਬ f ਸੋ ਇੱਦਾਂ ਹੀ ਚੱਲਦਾ ਜਾਏਗਾ ਸੋ ਪਹਿਲਾਂ ਅਸੀਂ ਕੱਢਿਆ l0 ਲਈ l0 ਫਿਰ j ਕੀ ਆ ਗਿਆ l ਪਲੱਸ s l ਸਾਡੇ ਕੋਲ 0 s ਮੈਂ ਤੁਹਾਨੂੰ ਦੱਸਿਆ ਸੀ 1/2 ਲੈਣਾ ਮੈਂ ਦੱਸ ਚੁੱਕੀ ਹਾਂ ਠੀਕ ਹੈ ਐਸ ਸਟੇਟ ਲਈ ਜਦੋਂ ਪੀ ਸਟੇਟ ਐਸ ਨੂੰ 1/2 ਵੀ ਲੈ ਸਕਦੇ -1/2 ਵੀ ਲਓਗੇ ਸੋ ਇੱਥੋਂ ਜੇ ਵੀ ਨਿਕਲ ਗਿਆ ਹੁਣ ਫਾਰਮੂਲਾ ਕੀ n ਰੇਜ਼ ਟੂ ਪਾਵਰ 2s ਪਲੱਸ 1 n ਕਿੰਨਾ ਹੈ 2 ਰੇਜ਼ ਟੂ ਪਾਵਰ 2s s ਕਿੰਨਾ 1/2 ਪਲੱਸ 1 ਸੋ 1 ਪਲੱਸ 1 2 ਆ ਗਿਆ ਸੋ ਇਹਦੀ ਪਾਵਰ 2 ਆ ਗਿਆ ਨਾਲ l 0 ਲਈ ਕੀ ਹੁੰਦਾ s l ਦੇ ਪੈਰਾਂ j s ਦੇ ਪੈਰਾਂ 'ਚ 1/2 ਸੇਮ ਪੀ ਸਟੇਟ ਲਈ j ਪਹਿਲਾਂ ਕਰ ਲਓ j ਹੁੰਦਾ l ਪਲੱਸ -s ਮਤਲਬ ਇੱਥੇ ਹੁਣ ਮਾਈਨਸ ਵੀ ਆ ਜਾਣਾ ਪੀ ਸਟੇਟ ਲਈ
ठीक है। सो एक बारी वन ये +1/2 करोगे, एक बारी -1/2 करोगे, क्लियर। एक बारी 1/2 आ जाएगा, 0 + 1/2, तो एक बारी की आ जाएगा 3/2, क्लियर। दो वैल्यू साढ़े को ਜਿਹੜੀਆਂ ਇਹਦੀਆਂ फाइंड आउट हो जाएगियाँ। एक बारी देखो ना, इत्थे तुसी 1 + 1/2 लोगे, एक बारी 1 - 1/2 लोगे। सो दोनों ਲਈ वैल्यू लिख दो, n⁻² 2s + 1, n साढ़े को कितना 2, 2s + 1 2 × s, s कितना 1/2 + 1, सो 1 + 1 2 आ गया। l साढ़े को कितना है, p स्टेट है, तो p एक बारी j 1/2 आया, एक सेम चीज़ ਲਈ p 3/2 आया। सो ਇਹਦੇ ਵਿੱਚ ਤੁਹਾਡੇ ਕੋਲ 3 ਸਟੇਟ ਆਈਆਂ ਡੀਜਨਰੇਟਡ ਸਟੇਟਸ। तो यदि ई -13.6/n² होंगे, n साढ़े को 2, सो डिवाइड करके -3.4 इलेक्ट्रॉन वोल्ट आ जाएगा। नैक्सट यदि सैकेंड एक्साइटेड स्टेट, n की वैल्यू 3 है, तो L0 1 2 कुछ भी हो सकता है, L0 कर लो, J = L + S, P लिए आप हुणे कढ़ के देखा कितना निकलते, बस इतने n की 3 आ जाएगा, बस बाकी सेम रहेगा। सो L = 2 लिए सेम, L = 2 है, 2 एक बारी +1/2 करोगे तो 2 to the 4 + 1 5/2 आ जाएगा, तो एक बारी माइनस करेंगे 2 to the 4 - 1 3/2, सिमिलरली लिखांगे उसी तरीके नाल। सो इत्थों जिहड़ा साडे कोल आंदा एनर्जी अगेन E = -13.6/n², n वैल्यू 3 सी। सो इत्थे 5 स्टेट्स आईयां। सो सिमिलरली असीं इदां इहदा ग्राफ ड्रॉ कर लिया कि अलग अलग एनर्जी स्टेट्स किन्ने किन्ने अगे लैवल्स हैगे आ। नैक्सट है जी, ये सीगा विदाउट स्पिन ऑर्बिट कपलिंग। हुण करांगे विद स्पिन ऑर्बिट कपलिंग। कुछ नहीं है, जस्ट फॉर्मूले च चेंज है। फॉर्मूला साडे कोल एक कॉन्सटेंट है, इनू असीं के बाद पुट कर देना है, J × J + 1 - L × L + 1 - S × S + 1, क्लियर। सो ये फॉर्मूला मीन तुसीं याद रखना, जस्ट वैल्यूज़ तुहानूं पुट करनियां। जिद्दां S स्टेट वाली L0 हुंदी है, S 1/2 हुंदा, तो J की हुंदा L + S 0 + 1/2 1/2, सारियां वैल्यूज़ हैगियां, जस्ट इस फॉर्मूले च की करो, पुट करो। 0 आंसर आया, मतलब कि उत्थे कोई स्पिन ऑर्बिटल इंट्रैक्शन हुंदी नहीं इस स्टेट च। P स्टेट ਲਈ P ਲਈ L1 हुंदा, S ਦਾ 1/2 साडे को हो गया। तो मैं तुहानूं दस्सिया सी J = P ਲਈ L + - S हुंदा, यानी प्लस भी 1/2 हो सकदा, माइनस भी। प्लस होएगा 1 च 1/2 तो 3/2 आ जाएगा, माइनस होएगा तो 1/2 आ जाएगा। सो दोनों ਲਈ बस वैल्यूज़ इत्थे पुट करो, एक बारी J की वैल्यू 1/2, एक बारी 3/2। फॉर्मूला मैं तुहानूं उपर दसदा ही किहड़ा, ठीक है। सो P स्टेट ਲਈ साडे को देखो हुण इत्थे ध्यान नाल देखो, जे मेरे को आंसर की आया तो -2 की आया, ठीक है ना। सो मतलब कि 3/2 ਲਈ ਜਿਹੜੀ फॉर द P स्टेट ड्यू टू स्पिन ऑर्बिट कपलिंग, दो J = 3/2 ਲਈ एनर्जी इंक्रीज़ करती है, तो 1/2 ਲਈ देखो घट गई, माइनस आ गई -2 के, यानी डिक्रीज़ कर गई, ठीक है। यानी P लैवल जिहड़ा, यानी कि मतलब कि P 2 लैवल च स्पलिट हो जाता है ड्यू टू स्पिन ऑर्बिटल इंट्रैक्शन। एक गिव राइज टू एनर्जी, J 3/2 ਲਈ एनर्जी वध जाती है, एंड लोअरिंग द एनर्जी J = 1/2। सिमिलरली वी विल फाइंड फॉर द D स्टेट, D ਲਈ L की वैल्यू 2 होंगी, S तुहानूं पता 1/2, J की हुंदा साडे को L + - S, तो एक बारी L साडे को J L2 है, 2 च एक बारी प्लस करोगे 1/2, तो एक बारी माइनस करोगे, एक बारी 5/2 आ जाएगा, माइनस करके 3/2 आ जाएगा। वैल्यूज़ पुट करके देखो, एक आंसर 2 के आ गया, एक -3 के, यानी कि 5/2 वाले लिए इनक्रीज़ की है, तो 3/2 वाले लिए डिक्रीज़ की है, ठीक है, लिखा भी होया। सो 5/2 लिए इनक्रीजिज एंड -1/2 डिक्रीजिज, ठीक है। सो ਇਹਦਾ मतलब है भी 2 लैवल च टुटदा, एक राइजिंग एनर्जी 5/2 तो एक लोअरिंग एनर्जी 3/2, ठीक है। तो 3/2 कर लियो। सो इत्थों ही इन्होंने फाइंड किया, दस भी फाइंड ईच क्वांटम स्टेट इज स्पलिट इनटू 2 सैपरेट सबस्टेट ਦੇ ਵਿੱਚ ਟੁੱਟ ਜਾਂਦੀ 2 ਸੈਪਰੇਟ ਦੇ सबस्टेट ਦੇ ਵਿੱਚ। ਐਜ਼ ਅ ਰਿਜ਼ਲਟ ਐਵਰੀ ਸਪੈਕਟਰਮ ਲਾਈਨ ਸਪਲਿਟ ਇਨਟੂ ਦ ਕੰਪੋਨੈਂਟ ਲਾਈਨ ਗਿਵ ਰਾਈਜ਼ ਟੂ फाइन स्ट्रक्चर डबलिंग। सो ਉੱਥੋਂ ਹੀ ਇਹ ਆਇਆ ਕਿ ਇੱਕ ਸਪੈਕਟਰਮ ਲਾਈਨ ਅੱਗੇ ਦੋ ਜਿਹੜੇ ਪੇਅਰਸ ਦੇ ਵਿੱਚ ਕਲੋਜ਼ਲੀ ਹੈਗੇ ਉਹਨਾਂ ਵਿੱਚ ਐਗਜ਼ਿਸਟ ਕਰ ਰਹੀਆਂ, ਠੀਕ ਹੈ। ਸੋ ਜਸਟ ਸਿੰਪਲ ਇਹੀ ਕੁਐਸਚਨ ਪੇਪਰ 'ਚ ਪੁੱਟ ਕੀਤਾ ਜਾ ਸਕਦਾ। ਇਹਦੇ ਵਿੱਚੋਂ ਕਿਹਦੇ ਕਾਰਨ ਹੁੰਦੀ ਆ, फस्ट स्टेट ਲਈ, दूसरी ਲਈ, ग्राउंड स्टेट ਲਈ, किस ਲਈ ਪੁੱਛ ਸਕਦਾ, ਨਾਲ ਉਹ ਦੱਸ ਦੇਗਾ, ਜਾਂ ਫਿਰ ਉਹ ਤੁਹਾਨੂੰ ਇਹ ਰਿਪਰਜੈਂਟੇਸ਼ਨ ਪੁੱਛ ਲਏਗਾ, ਇਹਦੀ એનર્ਜੀ ਪੁੱਛ ਲਏਗਾ ਕਿੰਨੀ ਆਈ ਹੈਗੀ ਆ, ਠੀਕ ਹੈ। ਸੋ ਡੀ ਸਟੇਟ ਦੇ ਵਿੱਚ J = 5/2 ਲਈ ਪੁੱਛ ਸਕਦਾ, ਜਾਂ ਫਿਰ ਪੁੱਛ ਸਕਦਾ ਜਦੋਂ ਵਿਦ ਸਪਿਨ ਔਰਬਿਟ ਕਪਲਿੰਗ ਹੈ ਕਿਸ ਸਟੇਟ ਦੇ ਵਿੱਚ ਕੋਈ ਸਪਿਨ ਔਰਬਿਟਲ ਇੰਟਰੈਕਸ਼ਨ ਹੁੰਦੀ ਨਹੀਂ। ਸੋ ਇਸ ਸਟੇਟ ਦੇ ਵਿੱਚ ਬਿਲਕੁਲ ਨਹੀਂ ਹੁੰਦੀ,
ठीक है। सो इदां ही अपने कोल विद हो विदाउट भी पूछ सकदा। सैकेंडली स्ट्रेटली, ठीक है। ये रिप्रजेंटेशन पूछ सकदा, यदि सिंपल फॉर्मूला पूछा सकदा, नॉमनक्लेचर एनर्जी लैवल्स का, ठीक। सो ये सारा कर लेना। जे वीडियो पसंद आई लाइक एंड कमेंट करके दसो। थैंक्स फॉर वॉचिंग।